सतनाम श्री वाहिगुरु साहिब जीओ। मैं तान दीवान तू है मेरो स्वामी, मैं तुध आगे अरदास। मैं होर थाऊ नाही जिस पह करो बिनंती, मेरा दुख सुख दुझी पासे। तीने ताप निवारण हारा, दुख हंता सुख रास। ताको बिघ्न ना को लागै, जागी प्रभु आगे अरदास। ताको विघ्न ना को लागै, जागी प्रभु आगे अरदास। जुगो जुग अटल चबर छत्र तखत दे मालक, दसां पातशाहियां जी दी जोत, हाजिर नाजिर श्री गुरु ग्रंथ साहिब महाराज दे पावन पवित्र सतगुरां दे सन्मुख हजूरी अंदर जुड़ बैठे गुरु प्यारी। गुरु सवारी गुरु की साजी साज के नवाजी, गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन विरतियां कागर करके जुड़ करके बहन दी कृपालता करिए। समय और श्वासां नूं सफला करिए, सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सरवण करिए। आप संगत ने जो हुण तक लड़ीवार शब्द विचार कथा गुरबाणी सरवण कीती है, विचार इथों तक सी के जिस वेले सतगुरु गुरु हरगोबिंद महाराज छेवें पातशाह मेरी पीरी दे मालक कृपालू दयालु सतगुरु जी बख्शिश रहमत करदे ने। करतारपुर दी धरती ते सतगुरु जी शशोभत होए ने। इधरों अमृतसर की धरती तो सतगुरु जी चल के करतारपुर की धरती ते गए आ। सत्कारयोग श्री सूरजमल जी के ब्याह आनंद कारज के संबंध दे विच बरात समेत गए। लाड़ा श्री सूरजमल जी सोभ रहे ने। उथे चल के सतगुरु जी ने बख्शिशां रहमतां कीतियां। जो श्री सूरजमल जी ने पूर्ण तौर ते संसारक रीत रिवाज निभाउंदे गुरु दी मर्यादा विच विचरदे होए उन्हां दे आनंद कारज संपन्न होना कीते ने श्री सूरजमल जी दे। सतगुर दे सिख भाई प्रेम चंद उन्हां दी पुत्री, जो कि बड़े भागां वाली जिहड़ी सतगुर दे श्री गुरु हरगोबिंद महाराज दे गृह विखे एक नूं दे रूप दे विच श्री सूरजमल दे दासी बन के पत्नी दे रूप दे विच प्राप्त हो रहे ने। उस वेले सतगुरु जी की पार बख्शिश रहमत हुई है। आनंद कारज कीते सतगुरु जी ने दीवान सजा करके संगतां नूं गुरबाणी दा उपदेश दिता। बख्शिश रहमत बरताई है।
ਤੇ ਨਾਲ ਹੀ ਸਤਿਕਾਰਯੋਗ ਸ਼੍ਰੀ ਤੇਗ ਬਹਾਦਰ ਜੀ ਛੋਟੀ ਅਵਸਥਾ ਉਹਨਾਂ ਦੀ ਜੋ ਅੰਗੇਜਮੈਂਟ ਹੋਈ ਹੈ, ਜੋ ਮੰਗਣੀ ਹੋਣਾ ਕੀਤੀ ਹੈ। ਸਤਿਕਾਰਯੋਗ ਲਾਲ ਚੰਦ ਜੀ, ਉਹਨਾਂ ਦੀ ਪੁੱਤਰੀ ਜੋ ਗੋਜਰੀ ਜੀ ਹੈ, ਜਿਹੜੇ ਵੱਡੇ ਭਾਗਾਂ ਵਾਲੇ ਨੇ, ਜਿਨ੍ਹਾਂ ਦੇ ਉੱਤੇ ਸਤਿਗੁਰ ਦੀ ਬਖਸ਼ਿਸ਼ ਰਹਿਮਤ ਹੈ। ਸ਼੍ਰੀ ਤੇਗ ਬਹਾਦਰ ਜੀ ਮਹਾਰਾਜ ਜੀ ਕਰਤਾਰਪੁਰ ਦੀ ਧਰਤੀ ਤੇ ਉਹਨਾਂ ਦਾ ਵੀ ਨਾਲ ਹੀ ਸ਼ਗਨ ਹੋਣਾ ਕੀਤਾ। ਤੇ ਇਦਾਂ ਸਤਿਗੁਰ ਦੀ ਕਿਰਪਾ ਰਹਿਮਤ ਵਰਤੀ ਖੁਸ਼ੀ ਦੇ ਵਿੱਚ ਖੁਸ਼ੀ ਪ੍ਰਾਪਤ ਹੋਈ ਹੈ। ਭਾਵ ਸ਼੍ਰੀ ਸੂਰਜਮਲ ਜੀ ਦੇ ਵਿਆਹ ਆਨੰਦ ਕਾਰਜ ਹੋ ਰਹੇ ਨੇ ਤੇ ਸਤਿਗੁਰ ਦੀ ਕਿਰਪਾ ਨਾਲ ਇੱਥੇ ਕਹਿੰਦੇ ਭਾਈ ਲਾਲ ਚੰਦ ਦੀ ਉਹਨਾਂ ਦੀ ਪਤਨੀ ਬਿਸ਼ਨ ਕੌਰ, ਜੋ ਕਿ ਉਹਨੇ ਵਿਚਾਰ ਕੀਤੀ ਕਿ ਸਤਿਗੁਰ ਦੀ ਕਿਰਪਾ ਨਾਲ ਜਿਨ੍ਹਾਂ ਦਾ ਗੁਰੂ ਘਰ ਦੇ ਵਿੱਚ ਸੰਬੰਧ ਜੁੜਦਾ ਬਹੁਤ ਵੱਡੇ ਉਤਮ ਭਾਗਾਂ ਵਾਲੇ ਨੇ, ਕਿਉਂ ਨਾ ਸਾਡੇ ਤੇ ਵੀ ਸਤਿਗੁਰ ਜੀ ਕਿਰਪਾ ਕਰ ਦੇਣ। ਸਾਡੀ ਵੀ ਪੁੱਤਰੀ ਇੱਕ ਗੋਜਰੀ ਜੇਕਰ ਉਹਦਾ ਰਿਸ਼ਤਾ ਪ੍ਰਾਪਤ ਕਰ ਲੈਣ ਆਪਣੇ ਪੁੱਤਰਾਂ ਵਾਸਤੇ, ਅਨੀ ਰਾਏ ਜੀ ਜਾਂ ਤੇਗ ਬਹਾਦਰ ਜੀ, ਤੇ ਸਾਡੇ ਵੀ ਉਤਮ ਭਾਗ ਜਾਗ ਪੈਣੇ। ਵਿਚਾਰ ਕਰਕੇ ਆਪਣੇ ਪਤੀ ਲਾਲ ਚੰਦ ਨੂੰ ਬੇਨਤੀ ਕਰਕੇ ਕਹਿੰਦੇ ਉਹ ਸਤਿਗੁਰ ਦੇ ਸਨਮੁਖ ਏਦਾਂ ਬੇਨਤੀ ਪਹੁੰਚਾਈ, ਸੁਨੇਹਾ ਪਹੁੰਚਾਇਆ ਤੇ ਸਤਿਗੁਰ ਨੇ ਕਿਰਪਾ ਕੀਤੀ। ਆਪਣੇ ਪੁੱਤਰ ਤੇਗ ਬਹਾਦਰ ਵਾਸਤੇ ਕਹਿੰਦੇ ਗੁਜਰੀ ਦਾ ਰਿਸ਼ਤਾ ਪ੍ਰਾਪਤ ਕੀਤਾ। ਸਤਿਗੁਰ ਦੀ ਬਖਸ਼ਿਸ਼ ਰਹਿਮਤ ਹੋਈ ਉਸ ਵੇਲੇ ਜਦੋਂ ਸੰਪੰਨ ਕਾਰਜ ਹੋਏ ਨੇ। ਤੇ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ, ਸਿੱਖੋ ਬਈ ਹੁਣ ਜੋ ਵਿਚਾਰੇ ਸੰਸਾਰ ਦੇ ਰੀਤ ਰਿਵਾਜ ਨੇ, ਆਨੰਦ ਕਾਰਜ ਦੀ ਜਿੰਨੀ ਵੀ ਵਿਚਾਰ ਹੈ ਕਹਿੰਦੇ ਸੰਪੰਨ ਹੋ ਗਈ ਹੈ, ਵਿਆਹ ਹੋ ਚੁੱਕਿਆ, ਸਭ ਨੇ ਜਲ ਪਾਣੀ ਪ੍ਰਸ਼ਾਦਾ ਪਾਣੀ ਛਕ ਲੈਣਾ ਕੀਤਾ। ਤੇ ਹੁਣ ਇਉਂ ਕਰੋ ਕਹਿੰਦੇ ਅੰਮ੍ਰਿਤਸਰ ਦੀ ਧਰਤੀ ਵੱਲ ਵਾਪਸ ਰਵਾਨਗੀ ਪ੍ਰਾਪਤ ਕਰੋ। ਸਤਿਗੁਰ ਦੀ ਅਪਾਰ ਬਖਸ਼ਿਸ਼ ਰਹਿਮਤ ਵਰਤੀ ਹੈ। ਉਸ ਵੇਲੇ ਕਹਿੰਦੇ ਏਦਾਂ ਸਤਿਗੁਰ ਨੇ ਜਦੋਂ ਹੁਕਮ ਕੀਤਾ ਤੇ ਸਾਰੇ ਬਰਾਤੀ ਜਿੰਨੇ ਵੀ ਸਨ ਗੁਰੂ ਦੇ ਸਿੱਖ ਸੇਵਕ ਸ਼ਰਧਾਲੂ, ਉਹ ਸਾਰੇ ਕਹਿੰਦੇ ਤਿਆਰੀ ਕਰਨ ਲੱਗੇ ਨੇ। ਇਧਰ ਸ਼੍ਰੀ ਪ੍ਰੇਮ ਚੰਦ ਜੀ ਤੱਕ ਵੀ ਹੁਕਮ ਸੁਨੇਹਾ ਪਹੁੰਚਾ ਦਿੱਤਾ ਕਿ ਸਤਿਗੁਰ ਜੀ ਹੁਣ ਰਵਾਨਗੀ ਪ੍ਰਾਪਤ ਕਰਨਗੇ, ਜਾਣਾ ਚਾਹੁੰਦੇ ਨੇ। ਤੇ ਸ਼੍ਰੀ ਪ੍ਰੇਮ ਚੰਦ ਤੱਕ ਜਦੋਂ ਇਹ ਮੈਸੇਜ ਸੁਨੇਹਾ ਪਹੁੰਚਿਆ, ਉਹਦੇ ਮਨ ਦੀ ਵਿਚਾਰ ਨਿਮਰਤਾ ਸਹਿਤ ਆ ਕੇ ਸਤਿਗੁਰ ਦੇ ਸਨਮੁਖ ਬੇਨਤੀ ਕਰ ਲੱਗਾ, ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗਾ, ਸਤਿਗੁਰ ਜੀ ਮੈਂ ਬੜੀ ਕੋਸ਼ਿਸ਼ ਕੀਤੀ, ਹੁਣ ਤੱਕ ਜਿੰਨੀ ਵੀ ਮੈਥੋਂ ਸੇਵਾ ਹੋਈ ਹੈ ਉਹਦੇ ਵਿੱਚ ਜਾਣੇ ਅਣਜਾਣੇ ਅੰਦਰ ਕਿਸੇ ਪ੍ਰਕਾਰ ਕੋਈ ਨਾ ਕੋਈ ਗਲਤੀ ਜ਼ਰੂਰ ਹੋ ਗਈ ਹੋਣੀ ਹੈ, ਕਿਉਂਕਿ ਮੈਂ ਕਲਯੁਗੀ ਜੀਵ ਹਾਂ। ਗੁਰਬਾਣੀ ਕਹਿੰਦੀ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ, ਕਹਿੰਦੇ ਮੈਥੋਂ ਕਲਯੁਗੀ ਜੀਵ ਹੋਣ ਦੇ ਨਾਂ ਤੇ ਕੋਈ ਨਾ ਕੋਈ ਗਲਤੀ ਜ਼ਰੂਰ ਹੋ ਗਈ ਹੋਣੀ ਹੈ, ਤੇ ਆਪ ਜੀ ਕਿਰਪਾ ਕਰਿਓ, ਕਹਿੰਦੇ ਗਲਤੀ ਨੂੰ ਮਾਫ ਕਰ ਦਿਓ। ਹੁਣ ਤੱਕ ਜੋ ਵੀ ਮੈਂ ਸੇਵਾ ਕੀਤੀ ਹੈ ਆਪਣੇ ਵੱਲੋਂ ਤੇ ਮੈਂ ਪੂਰਾ ਜ਼ੋਰ ਲਾ ਕੇ ਤਨੋਂ ਮਨੋਂ ਸੇਵਾ ਕੀਤੀ, ਪਰ ਫਿਰ ਵੀ ਕੋਈ ਨਾ ਕੋਈ ਵਿੱਚੋਂ ਮਿਸਟੇਕ ਜ਼ਰੂਰ ਰਹਿ ਗਈ ਹੋਵੇਗੀ। ਸਤਿਗੁਰ ਜੀ ਮੈਨੂੰ ਬਖਸ਼ ਦਿਓ। ਏਦਾਂ ਨਿਮਰਤਾ ਸਹਿਤ ਪ੍ਰੇਮ ਦੇ ਨਾਲ ਪ੍ਰੇਮ ਚੰਦ ਬੇਨਤੀ ਪਿਆ ਕਰ ਲੱਗਾ ਤੇ ਸਤਿਗੁਰ ਦੇ ਪਾਵਨ ਪਵਿੱਤਰ ਚਰਨਾਂ ਤੇ ਟਹਿ ਪਿਆ। ਸਤਿਗੁਰ ਜੀ ਨੇ ਪ੍ਰੇਮ ਚੰਦ ਨੂੰ ਚਰਨਾਂ ਤੋਂ ਚੁੱਕਿਆ, ਗਲਵਕੜੀ ਪਾਈ ਤੇ ਕਿਹਾ, ਪ੍ਰੇਮ ਚੰਦ ਜੀ ਤੁਸੀਂ ਬਹੁਤ ਵੱਡੀ ਸੇਵਾ ਕੀਤੀ ਹੈ, ਸੇਵਾ ਕਰਕੇ ਵੀ ਆਪਣੇ ਆਪ ਨੂੰ ਨੀਵਾਂ ਸਮਝਦੇ ਹੋ। ਕਹਿੰਦੇ ਇਹਦੇ ਵਿੱਚ ਬਹੁਤ ਵੱਡੀ ਕਿਰਪਾ ਰਹਿਮਤ ਵਰਤੀ ਹੈ, ਤੁਹਾਡੇ ਤੇ ਬਖਸ਼ਿਸ਼ ਰਹਿਮਤ ਵਰਤੀ ਹੈ, ਤੁਸੀਂ ਆਪਣੇ ਆਪ ਨੂੰ ਫਿਰ ਵੀ ਨੀਵਾਂ ਸਮਝਦੇ ਹੋ। ਕਹਿੰਦੇ ਜਿਹੜਾ ਗੁਰੂ ਦਾ ਸਿੱਖ ਆਪਣੇ ਆਪ ਨੂੰ ਨੀਵਾਂ ਚਿਤਾਰੇ ਗੁਰੂ ਦੀ ਸੇਵਾ ਕਰਕੇ ਵੀ,
ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਦੀ ਉੱਚਾ। ਕਹਿੰਦੇ ਜਿਹੜਾ ਆਪਣੇ ਆਪ ਨੂੰ ਨੀਵਾਂ ਸਮਝੇ ਫੇਰ ਵੀ ਸਤਿਗੁਰੂ ਜੀ ਕਹਿੰਦੇ ਉਹ 100 ਗੁਣਾ ਕਈ ਗੁਣਾ ਆਮ ਲੋਕਾਂ ਤੋਂ ਉੱਚਾ ਮੰਨਿਆ ਜਾਂਦਾ ਏ। ਉਹ ਸਤਿਗੁਰੂ ਜੀ ਕਹਿੰਦੇ ਉਹੀ ਸੰਸਾਰ ਦੇ ਵਿੱਚ ਉੱਤਮ ਮੰਨਿਆ ਜਾਂਦਾ। ਸਤਿਗੁਰ ਦੀ ਬਖਸ਼ਿਸ਼ ਰਹਿਮਤ ਹੁੰਦੀ ਹੈ। ਤਾਂ ਤੇ ਏਦਾਂ ਆ ਕੇ ਪ੍ਰੇਮ ਚੰਦ ਨੇ ਆਪਣੇ ਪਰਿਵਾਰ ਸਮੇਤ ਸਤਿਗੁਰੂ ਜੀ ਨੂੰ ਬੇਨਤੀ ਕੀਤੀ। ਉਸ ਤੋਂ ਉਪਰੰਤ ਕਹਿੰਦੇ ਪ੍ਰੇਮ ਚੰਦ ਨੇ ਨਗਰ ਦੇ ਮੋਹਤਵਾਰ ਜਿਹੜੇ ਲੋਕ ਨੇ, ਆਪਣੇ ਸਾਕ ਸੰਬੰਧੀ ਰਿਸ਼ਤੇਦਾਰ ਨੇ, ਉਹਨਾਂ ਦੇ ਨਾਲ ਵਿਚਾਰ ਕਰਕੇ ਹੁਣ ਬਰਾਤ ਨੂੰ ਰਵਾਨਗੀ ਦੇਣ ਦੀ ਵਿਚਾਰ ਬਣਾਈ। ਤੇ ਸਤਿਗੁਰੂ ਜੀ ਨੇ ਵੀ ਇਹੀ ਇੱਛਾ ਪ੍ਰਗਟ ਕੀਤੀ ਕਿ ਹੁਣ ਸਾਨੂੰ ਜਾਣਾ ਚਾਹੀਦਾ। ਆਨੰਦ ਕਾਰਜ ਦੇ ਸੰਪੰਨ ਕਾਰਜ ਹੋ ਚੁੱਕੇ ਨੇ। ਸਤਿਗੁਰ ਦੀ ਅਪਾਰ ਬਖਸ਼ਿਸ਼ ਰਹਿਮਤ ਵਰਦ ਚੁੱਕੀ ਹੈ। ਉਸ ਵੇਲੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ। ਕਹਿੰਦੇ ਆਨੰਦ ਕਾਰਜ ਦੇ ਰਾਸ ਜੋ ਸੰਪੰਨ ਕਾਰਜ ਹੋਏ ਨੇ, ਸਤਿਗੁਰੂ ਦੀ ਕਿਰਪਾ ਦੇ ਨਾਲ ਹੁਣ ਬਰਾਤ ਰਵਾਨਗੀ ਪ੍ਰਾਪਤ ਕਰ ਲੱਗੀ ਹੈ। ਸਾਰੇ ਕਾਰਜ ਕੀਤੇ ਗਏ ਨੇ। ਬੜੇ ਪ੍ਰੇਮ ਦੇ ਨਾਲ, ਚਾਉ ਦੇ ਨਾਲ, ਲਾਡ ਦੇ ਨਾਲ ਆਪਣੀ ਪੁੱਤਰੀ ਪ੍ਰੇਮ ਚੰਦ ਜੀ ਨੇ ਉਸ ਵੇਲੇ ਡੋਲੇ ਦੇ ਵਿੱਚ ਬਹਾਲ ਦਿੱਤੀ ਹੈ। ਤੇ ਇਧਰੋਂ ਸ਼੍ਰੀ ਸੂਰਜਮਲ ਜੀ ਆਪਣੇ ਦਾਮਾਦ ਦੇ ਮੁਖ ਨੂੰ ਤੱਕਦੇ ਹੋਏ ਜੋ ਵਿਚਾਰਾਂ ਕੀਤੀਆਂ, ਗੱਲਾਂ ਬਾਤਾਂ ਕਹੀਆਂ, ਉਹ ਪ੍ਰੇਮ ਚੰਦ ਦੇ ਉਹਦੀ ਪਤਨੀ ਬੜੇ ਪਿਆਰ ਦੇ ਨਾਲ, ਬੜੇ ਲਹਿਜੇ ਦੇ ਨਾਲ ਵਿਚਾਰ ਕਰਦੇ ਨੇ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਦੀ ਬਖਸ਼ਿਸ਼ ਰਹਿਮਤ ਵਰਤਾਉਂਦੇ ਉਸ ਵੇਲੇ ਬਰਾਤੀ ਜਿੰਨੇ ਵੀ ਰਿਸ਼ਤੇਦਾਰ, ਸਾਗ ਸੰਬੰਧੀ, ਗੁਰੂ ਦੇ ਸੇਵਕ, ਸਿੱਖ, ਸ਼ਰਧਾਲੂ ਗਏ ਸਨ, ਉਹ ਵੀ ਰਵਾਨਗੀ ਪ੍ਰਾਪਤ ਕਰਨ ਵਾਸਤੇ ਅੰਮ੍ਰਿਤਸਰ ਦੀ ਧਰਤੀ ਵੱਲ ਚੱਲਣਾ ਕੀਤੇ ਨੇ। ਹੁਣ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਪਿਆਰਿਓ। ਕਹਿੰਦੇ ਅੱਗੇ ਅੱਗੇ ਡੋਲਾ ਚੁੱਕ ਕੇ ਜਿਹੜੇ ਮਨੁੱਖ ਸਾਨੂੰ ਡੋਲਾ ਚੁੱਕ ਕੇ ਅੱਗੇ ਅੱਗੇ ਤੁਰ ਲੱਗੇ। ਪਿੱਛੇ ਘੋੜੀ ਤੇ ਸਵਾਰ ਸ਼੍ਰੀ ਸੂਰਜਮਲ ਜੀ, ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਰਹਿਮਤ ਵਰਤਦੀ ਹੈ, ਜਿਨ੍ਹਾਂ ਦੀ ਉੱਤੇ ਸਤਿਗੁਰੂ ਦੀ ਪੂਰਨ ਕਿਰਪਾ। ਸ਼੍ਰੀ ਸੂਰਜਮਲ ਜੀ ਰਾਜ ਜਾ ਰਹੇ ਨੇ। ਨਾਲ ਨਾਲ ਸ਼੍ਰੀ ਗੁਰਦਿੱਤਾ ਜੀ, ਅਣੀ ਰਾਏ ਜੀ, ਤੇਗ ਬਹਾਦਰ ਜੀ, ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਨਾਲ ਨਾਲ ਜਾ ਰਹੇ ਨੇ। ਗੁਰੂ ਦੇ ਪਿਆਰੇ, ਅਨੰਨ ਪਿਆਰੇ ਸੇਵਕ, ਸਿੱਖ, ਸ਼ਰਧਾਲੂ ਵੀ ਜਾ ਰਹੇ ਨੇ। ਹੁਣ ਕਹਿੰਦੇ ਰਸਤੇ ਤੇ ਤੁਰੇ ਨੇ ਤੇ ਜਦੋਂ ਕਰਤਾਰਪੁਰ ਦੀ ਧਰਤੀ ਦੀ ਜੂਹ ਤੱਕ ਪਹੁੰਚੇ ਨੇ ਤੇ ਕਹਿੰਦੇ ਪ੍ਰੇਮ ਚੰਦ ਤੇ ਹੋਰ ਨਗਰ ਦੇ ਮੋਹਤਵਾਰ ਸਤਿਗੁਰ ਦੇ ਪਿੱਛੇ ਪਿੱਛੇ ਨਾਲ ਨਾਲ ਆਏ ਨੇ, ਗੁਰੂ ਸਤਿਗੁਰ ਦਾ ਸਤਿਕਾਰ ਕਰਦੇ। ਉਸ ਵੇਲੇ ਸਤਿਗੁਰ ਨੇ ਵੇਖਿਆ ਕਿ ਪ੍ਰੇਮ ਚੰਦ ਪ੍ਰੇਮ ਦੇ ਬਸ ਦੇ ਵਿੱਚ ਹੋ ਕੇ ਪਿੱਛੇ ਪਿੱਛੇ ਆ ਰਿਹਾ। ਤੇ ਸਤਿਗੁਰ ਜੀ ਨੂੰ ਵਿਚਾਰ ਕਰਨਾ ਕੀਤੀ। ਕਹਿੰਦੇ ਉਸ ਵੇਲੇ ਗੁਰੂ ਸਤਿਗੁਰੂ ਜੀ ਨੇ ਪ੍ਰੇਮ ਚੰਦ ਨੂੰ ਤੇ ਨਗਰ ਦੇ ਲੋਕਾਂ ਨੂੰ ਕਿਹਾ, ਤੁਸੀਂ ਭਾਈ ਹੁਣ ਵਾਪਸ ਚਲੇ ਜਾਓ, ਅੱਗੇ ਲੰਮੇ ਪੈਂਡੇ ਨੂੰ ਤੈਅ ਕਰਕੇ ਅੰਮ੍ਰਿਤਸਰ ਦੀ ਧਰਤੀ ਤੇ ਅਸੀਂ ਪੁੱਜਣਾ ਚਾਹੁੰਦੇ ਆ। ਕਰਤਾਰਪੁਰ ਦੀ ਧਰਤੀ ਤੋਂ ਤੁਰੇ ਨੇ। ਕਹਿੰਦੇ ਇਧਰ ਬਿਆਸ ਦਰਿਆ ਤੇ ਪਹੁੰਚੇ, ਜਿੱਥੇ ਇੱਕ ਪੜਾਓ ਕਰਕੇ ਰਾਤ ਬਤੀਤ ਕਰਕੇ ਦੂਜੇ ਦਿਨ ਅੰਮ੍ਰਿਤਸਰ ਦੀ ਧਰਤੀ ਵੱਲ ਰਵਾਨਗੀ ਪ੍ਰਾਪਤ ਕੀਤੀ ਹੈ। ਸਤਿਗੁਰੂ ਜੀ ਦੀ ਕਿਰਪਾ ਹੋਈ। ਉਸ ਵੇਲੇ ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਵਰਤੀ। ਕਹਿੰਦੇ ਹੌਲੀ ਹੌਲੀ ਪੈਂਡਾ ਤੈਅ ਕਰਦੇ ਕਰਦੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ। ਤੇ ਥੋੜਾ ਜਦੋਂ ਰਸਤਾ ਰਹਿ ਗਿਆ ਤੇ ਇੱਕ ਸਿੱਖ ਨੂੰ ਭੇਜਿਆ, ਸੁਨੇਹਾ ਦੇ ਕੇ, ਮੈਸੇਜ ਦੇ ਕੇ ਕਿ ਵੱਡੇ ਪੱਧਰ ਤੇ ਕੜਾਹ ਪ੍ਰਸ਼ਾਦੀਆਂ ਦੇਗਾਂ ਤਿਆਰ ਕੀਤੀਆਂ ਜਾਣ, ਜਲ ਪਾਣੀ ਪ੍ਰਸ਼ਾਦੇ ਤਿਆਰ ਕੀਤੇ ਜਾਣ, ਤਾਂ ਅੱਗੇ ਸੰਗਤਾਂ ਛਕ ਕੇ ਤ੍ਰਿਪਤ ਹੋ ਸਕਣ। ਉਸ ਵੇਲੇ ਸਿੱਖ ਨੇ ਆ ਕੇ ਸਾਰਾ ਸੁਨੇਹਾ ਮੈਸੇਜ ਕਹਿੰਦੇ ਆ ਕੇ ਇਧਰ ਪਰਿਵਾਰ ਨੂੰ ਦਿੱਤਾ। ਸ੍ਰੀ ਉਸ ਵੇਲੇ ਸਤਿਕਾਰਯੋਗ ਦਮੋਦਰੀ ਜੀ, ਮਹਾਦੇਵੀ ਜੀ ਔਰ ਬੀਬੀ ਨਾਨਕੀ ਜੀ, ਸਤਿਕਾਰਯੋਗ ਨਾਨਕੀ ਜੀ,
ਸਤਿਗੁਰ ਦੇ ਤਿੰਨੋਂ ਮਹਿਲ ਆ। ਉਹਨਾਂ ਨੂੰ ਜਦੋਂ ਮੈਸੇਜ ਸੁਨੇਹਾ ਦਿੱਤਾ ਤੇ ਕਹਿੰਦੇ ਗੁਰੂ ਦੇ ਸਿੱਖਾਂ ਨੇ ਇਕੱਤਰ ਹੋ ਕੇ ਰਲ ਮਿਲ ਕੇ ਉਹ ਸਾਰਾ ਕਾਰਜ ਕੀਤਾ। ਵੱਡੇ ਪੱਧਰ ਤੇ ਕੜਾਹ ਪ੍ਰਸ਼ਾਦੀਆਂ ਦੇਗਾਂ ਤਿਆਰ ਕੀਤੀਆਂ, ਜਲ ਪਾਣੀ ਪ੍ਰਸ਼ਾਦੇ ਪਾਣੀ ਦੀ ਤਿਆਰੀ ਕੀਤੀ ਗਈ ਹੈ। ਤੇ ਹੌਲੀ ਹੌਲੀ ਕਹਿੰਦੇ ਤੁਰਦੇ ਤੁਰਦੇ ਅੰਮ੍ਰਿਤਸਰ ਦੀ ਧਰਤੀ ਦੇ ਵਿੱਚ ਦਾਖਲ ਹੋਏ ਨੇ। ਸਤਿਗੁਰੂ ਜੀ ਲਾੜੇ ਸੂਰਜ ਮਲ ਦੇ ਨਾਲ ਬਖਸ਼ਿਸ਼ ਰਹਿਮਤ ਵਰਤਾਉਂਦੇ ਬਰਾਤੀ ਜਿੰਨੇ ਵੀ ਸਤਿਗੁਰ ਦੇ ਸਾਧ ਸੰਬੰਧੀ ਰਿਸ਼ਤੇਦਾਰ ਗੁਰੂ ਦੇ ਪਿਆਰੇ ਅਨੰਦ ਸੇਵਕ ਉਹ ਸਾਰੇ ਦੇ ਸਾਰੇ ਕਹਿੰਦੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ। ਗਲੀਆਂ ਮੁਹੱਲਿਆਂ ਬਾਜ਼ਾਰਾਂ ਵਿੱਚ ਦੀ ਹੁੰਦੇ ਆ ਰਹੇ ਨੇ। ਛੈਨਾਈਆਂ ਵੱਜ ਰਹੀਆਂ, ਆਤਿਸ਼ਬਾਜ਼ੀਆਂ ਹੋ ਰਹੀਆਂ, ਗੀਤ ਖੁਸ਼ੀ ਦੇ ਗਾਏ ਜਾ ਰਹੇ ਨੇ। ਅੰਮ੍ਰਿਤਸਰ ਦੀ ਧਰਤੀ ਤੇ ਥਾਂ ਥਾਂ ਕੋਨੇ ਕੋਨੇ ਦੇ ਵਿੱਚ ਬਖਸ਼ਿਸ਼ ਰਹਿਮਤ ਵਰਦੀ ਹੈ। ਉਸ ਵੇਲੇ ਕਹਿੰਦੇ ਲੋਕ ਦੇਖਦੇ ਨੇ ਕਿ ਸੂਰਜ ਮਲ ਜੀ ਕਰਤਾਰਪੁਰ ਦੀ ਧਰਤੀ ਤੋਂ ਵਿਆਹ ਆਨੰਦ ਕਾਰਜ ਕਰਵਾ ਕੇ ਸੰਪੰਨ ਕਾਰਜ ਕਰਵਾ ਕੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ। ਲੋਕ ਇਕੱਤਰ ਹੋਣੇ ਸ਼ੁਰੂ ਹੋ ਗਏ ਸ੍ਰੀ ਦਰਬਾਰ ਸਾਹਿਬ ਵਿਖੇ, ਅੰਮ੍ਰਿਤਸਰ ਵਿਖੇ। ਹੁਣ ਗਰੀਬ ਲੋਕ ਸਤਿਗੁਰੂ ਜੀ ਨੂੰ ਵਧਾਈਆਂ ਦਿੰਦੇ ਤੇ ਸਤਿਗੁਰੂ ਜੀ ਤੋਂ ਲੋੜਵੰਦ ਲੋਕ ਮਾਇਆ ਦਾ ਗੱਫਾ ਪ੍ਰਾਪਤ ਕਰਦੇ ਨੇ। ਸਤਿਗੁਰੂ ਜੀ ਸਭਨਾਂ ਦੀਆਂ ਝੋਲੀਆਂ ਭਰੀ ਜਾ ਰਹੇ ਨੇ। ਕੋਈ ਵੀ ਕਿਸੇ ਪ੍ਰਕਾਰ ਖਾਲੀ ਝੋਲੀ ਨਹੀਂ ਮੁੜਦਾ। ਇਦਾਂ ਬਖਸ਼ਿਸ਼ ਰਹਿਮਤ ਵਰਤਾਈ ਜਾ ਰਹੇ ਨੇ। ਤੇ ਕਹਿੰਦੇ ਸਮਾਂ ਬਤੀਤ ਹੁੰਦਾ ਗਿਆ ਜੋ ਸੰਸਾਰ ਦੇ ਰੀਤ ਰਿਵਾਜ ਪੂਰਨ ਤੌਰ ਤੇ ਸਤਿਕਾਰਯੋਗ ਦਮੋਦਰੀ ਜੀ, ਸਤਿਕਾਰਯੋਗ ਮਹਾਦੇਵੀ ਜੀ, ਸਤਿਕਾਰਯੋਗ ਨਾਨਕੀ ਜੀ, ਉਹਨਾਂ ਨੇ ਸਾਰੇ ਜੋ ਕਾਰ ਵਿਹਾਰ ਨੇ ਉਹ ਨਿਭਾਉਣਾ ਕੀਤੇ। ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਹੋਈ ਹੈ। ਇਦਾਂ ਅੰਮ੍ਰਿਤਸਰ ਦੀ ਧਰਤੀ ਤੇ ਖੁਸ਼ੀਆਂ ਦੇ ਵਿੱਚ ਖੁਸ਼ੀਆਂ ਪ੍ਰਾਪਤ ਹੋਈਆਂ ਤੇ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਬਾਅਦ ਵਿੱਚ ਕਹਿੰਦੇ ਅਕਾਲ ਤਖਤ ਤੇ ਸ਼੍ਰੀ ਸੂਰਜ ਮਲ ਨੂੰ ਲੈ ਕੇ ਨਾਲ ਤੇਗ ਬਹਾਦਰ ਜੀ ਹੈ, ਸ਼੍ਰੀ ਅਣੀ ਰਾਏ ਜੀ, ਬਾਬਾ ਗੁਰਦਿੱਤਾ ਜੀ ਆਪਣੇ ਸਾਰੇ ਪਰਿਵਾਰ ਨੂੰ ਲੈ ਕੇ ਅਕਾਲ ਤਖਤ ਤੇ ਨਤਮਸਤਕ ਹੋਏ ਨੇ। ਨਮਸਕਾਰ ਕੀਤੀ, ਸ਼ੁਕਰਾਨਾ ਕੀਤਾ ਪ੍ਰਮਾਤਮਾ ਦਾ। ਬਾਅਦ ਵਿੱਚ ਦਰਬਾਰ ਸਾਹਿਬ ਵਿਖੇ ਜਾ ਕੇ 4 ਪ੍ਰਕਰਮਾਂ ਕਰਕੇ ਸਤਿਗੁਰ ਦਾ ਸਤਿਕਾਰ ਕੀਤਾ। ਤੇ ਕਹਿੰਦੇ ਇਦਾਂ ਆਨੰਦ ਬਖਸ਼ਿਸ਼ ਰਹਿਮਤ ਵਰਤੇ ਨੇ। ਅੰਮ੍ਰਿਤਸਰ ਦੀ ਧਰਤੀ ਤੇ ਖੁਸ਼ੀਆਂ ਬਣੀਆਂ ਹੋਈਆਂ ਤੇ ਕਹਿੰਦੇ ਹੌਲੀ ਹੌਲੀ ਜੋ ਵਿਆਹ ਆਨੰਦ ਕਾਰਜ ਦੇ ਸੰਬੰਧ ਵਿੱਚ ਲੋਕ ਰਿਸ਼ਤੇਦਾਰ ਸਾਧ ਸੰਬੰਧੀ ਪੁੱਜੇ ਨੇ, ਉਹਨਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ। ਤੇ ਇਦਾਂ ਕਹਿੰਦੇ ਸ਼੍ਰੀ ਸੂਰਜ ਮਲ ਜੀ ਦੇ ਵਿਆਹ ਆਨੰਦ ਕਾਰਜ ਦੇ ਸੰਬੰਧ ਵਿੱਚ ਇਹ ਰੌਣਕਾਂ ਬਣੀਆਂ। ਸਾਰੇ ਕਾਰਜਾਂ ਦੀ ਸਮਾਪਤੀ ਹੋਈ, ਸਤਿਗੁਰ ਦੀ ਕਿਰਪਾ ਹੋਈ ਤੇ ਸਮਾਂ ਬੀਤਦਾ ਗਿਆ। ਕੁਝ ਦਿਨ ਬਤੀਤ ਹੋਏ ਤੇ ਕਹਿੰਦੇ ਹੌਲੀ ਹੌਲੀ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦੇ ਨਾਲ ਜਿਹੜੇ ਨਗਰ ਦੇ ਲੋਕ ਜਾਂ ਰਿਸ਼ਤੇਦਾਰ ਗੁਰੂ ਦੇ ਸਿੱਖ ਸੇਵਕ ਸ਼ਰਧਾਲੂ ਹੌਲੀ ਹੌਲੀ ਆਪੋ ਆਪਣੇ ਨਗਰਾਂ ਵੱਲ ਵਾਪਸ ਜਾਣ ਲੱਗੇ ਨੇ। ਇਹ ਕਾਰਜ ਸੰਪੰਨ ਹੋਣ ਤੋਂ ਉਪਰੰਤ ਇਧਰ ਬਟਾਲੇ ਨਗਰ ਤੋਂ ਜਿੰਨੀ ਸੰਗਤ ਆਈ ਰਿਸ਼ਤੇਦਾਰ ਉਹ ਵਾਪਸ ਚਲੇ ਗਏ। ਮੰਡਿਆਲੀ ਤੋਂ ਆਏ ਸਨ, ਮਾਊ ਨਗਰ ਤੋਂ ਆਏ ਸਨ, ਉਸ ਵੇਲੇ ਕਹਿੰਦੇ ਡੱਲੇ ਨਗਰ ਤੋਂ ਆਏ, ਮੱਲੇ ਨਗਰ ਤੋਂ ਆਏ, ਹੋਰ ਬੇਅੰਤ ਅਸਥਾਨਾਂ ਤੋਂ ਆਏ। ਇਧਰੋਂ ਭਾਈ ਕੀ ਡੋਲੀ ਵਿਖੇ ਸਾਈਂ ਦਾਸ ਉਹਨਾਂ ਦੀ ਪਤਨੀ ਰਾਮੋ ਜੀ ਉਹ ਵੀ ਆਏ ਸਨ, ਉਹ ਵੀ ਵਾਪਸ ਚਲੇ ਗਏ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤਣਾ ਕੀਤੀ ਹੈ। ਤੇ ਕਹਿੰਦੇ ਗੁਰੂ ਸਤਿਗੁਰ ਦੇ ਸੇਵਕ ਸ਼੍ਰੀ ਭਾਨਾ ਜੀ ਜੋ ਕਿ ਬਾਬਾ ਬੁੱਢਾ ਜੀ ਦੇ ਸੁਪੁੱਤਰ ਹੈ, ਨਾਲ ਕਹਿੰਦੇ ਉਹਨਾਂ ਦੇ ਹਰੀਦਾਸ ਜੀ ਆਏ ਨੇ ਰਮਦਾਸ ਨਗਰ ਤੋਂ। ਹੁਣ ਇਦਾਂ ਸਤਿਗੁਰੂ ਜੀ ਦੀ ਬਾਰ ਬਖਸ਼ਿਸ਼ ਰਹਿਮਤ ਹੋਈ। ਹੌਲੀ ਹੌਲੀ ਕਹਿੰਦੇ ਸੰਗਤਾਂ ਆਪੋ ਆਪਣੇ ਘਰਾਂ ਨੂੰ ਜਾਣ ਲੱਗੀਆਂ ਨੇ ਵਾਪਸ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਸਮਾਪਤੀ ਹੋਈ ਉਸ ਕਾਰਜ ਦੀ। ਤੇ ਕਹਿੰਦੇ ਸਮਾਂ ਬੀਤਦਾ ਹੋਇਆ ਇਦਾਂ ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਵਰਤਣੀ ਸ਼ੁਰੂ ਹੋਈ ਹੈ। ਉਸ ਵੇਲੇ ਕਹਿੰਦੇ ਕਾਫੀ ਲੰਮਾ ਸਮਾਂ ਬਤੀਤ ਹੋਇਆ। ਸਤਿਗੁਰ ਦੇ ਸਨਮੁਖ ਹੁਣ ਸਿੱਖ ਸ਼ਰਧਾਲੂ ਭਾਵਨਾ ਸਹਿਤ ਆਉਂਦੇ ਨੇ।
सतगुर दे सन्मुख भावना प्राप्त करके, शरधा प्राप्त करके, जो भी भावना संपन्न करके सतगुर दे जस नूं गायन करदे ने। ते सतगुर दी कृपा रहमत होई, कहंदे इधरों सतगुर दे सेवक भाई भगतो जी, भाई बहलो जी, सतगुर दे अनन प्यारे सेवक, उन्हां ते बख्शिश रहमत वरदी गुरु नानक देव महाराज जी दी। ओह कहंदे समां पा के कई दफा सतगुर दे सन्मुख आउंदे ने, काफी महीने रह के वापस फेर आपो अपने घरां नूं चले जांदे सन। क्योंकि हुण गृहस्थी मार्ग दे विच चलदियां चलदियां गुरु सतगुर दी सेवा भी वेखदे आ ते बच्चियां दी परवरिश करना ओह भी विचार देखदे आ। इदां सतगुर जी दी बख्शिश रहमत ही समां बतीत हुंदा गया। नौजवान गुरु दे सिख सेवक श्रद्धालु भी पहुंचते ने। नवी पीढ़ी नवी जनरेशन आके सतगुर दे सन्मुख सिੱਖੀ प्राप्त करती, गुरु सतगुरां दे चरणां दी पौल प्राप्त करके आपो अपना जन्म जीवन सफला पे करते। सतगुर जी दी इदां पार बख्शिश रहमत वरतदी है। उस वेले सतगुर जी ने कृपा कीती है। कहंदे समां बीतदा गया ते इधर जिहड़ी समय दी सरकार है ना, तो समय दी सरकार दे नाल ना पहलां ही सतगुर जी इदां दी विचार करदे ते समय दी सरकार सतगुर जी दे नाल वैर विरोध पहले ही रखदी है। शाहजहां जिहड़ा कि सतगुर दे नाल वैर विरोध थोड़ा रखदा है, इन्हां पिता जहांगीर बादशाह वो सतगुर दा प्रेमी श्रद्धालु सेवक सी। समा पै के कहंदे मर गया, मृत्यु हो गया। जो भी बांग डोर सी राज भाग दी शाहजहां नूं सौंप दित्ती गई। बाद विच कहंदे पापी अपराधी चुगल निंदकां दे गल्लां बातां हेठ आके शाहजहां गुरु सतगुर दे नाल वैर विरोध रखण लग गया सी। ते समा पा के कहंदे लाहौर तो शाहजहां इधर वापस आउणा कीता जलंधर विखे। हुण जलंधर वेखे बली खां एक जिहड़ा जलंधर दा सूबेदार सी, ओहदा पुत्र बली खान है। ते कहंदे जलंधर दा सूबेदार ओ सी अब्दुल खां, जिहड़ा सतगुरु गुरु हरगोबिंद महाराज दे 15,000 दी फौज दी चढ़ाई करके ब्यासा दरिया दे हरगोबिंदपुर नगर विखे रोहेले नगर वेखे चढ़ाई करके गया सी। ते सतगुरु जी दे उत्ते 15,000 दी फौज लैके चढ़ाई करके गया। हुण इहदा पुत्र बली खां कहंदे अपने पिता नूं मारे दा बदला लेना चाहुंदा, शाहजहां दे नाल तालमेल करना चाहुंदा। बेनती करके अरदास करके शाहजहां नूं अपनी गल्लां विच लैके सतगुर ते बगावत करना चाहुंदा। उस वेले उन्हें बड़ी विचार की कि शाहजहां नूं मिलां, अपने पुत्र अब्दुल खां अपने पिता अब्दुल खां दे मारे जाण दा बदला लवां सतगुर जी तों। इहदे 2 भरा सन, वो भी मारे गए सन जंग युद्ध दे विच। ब्यासा नदी दे किनारे जो सतगुर जी ने नगर वसाया रोहेला नगर, उहदा बाद विच हरगोबिंदपुर नगर दा नाम रख दिता सी। ते सतगुरु जी ने इदां करके ब्यासा नदी दे किनारे 15,000 दी फौज मार दित्ती सी। तां मारी सी कहंदे उत्थों दा घेरड़ नाम दा एक मनुख है। सतगुरु जी इधर करतारपुर दी धरती चों चल के इत्थे पहुंचे सन उदों ब्यासा नदी दे किनारे। ते कहंदे जदों मिलिया बली खां शाहजहां ने बेनती की, कहन लगा जी मेरे पिता दा मैं बदला लेना चाहुंदा सतगुरु जी तो। उन्हें 15,000 दी फौज तबाह कर दी, ब्यासा नदी दे किनारे विच दरोड़ दित्ती है पानी दे बहाव च। मैं बदला लेना चाहुंदा अपने पिता दा, दोने भरावां दा। उन्हें गल्लां वधा चढ़ा के शाहजहां दे नाल किवें ना किवें तालमेल करके मिल के ये विचार पेश की। जदों शाहजहां जलंधर विखे पहुंचिया, उस वेले उन्हें गल्लां बातां कर करके शाहजहां नूं अपनी गल्लां च लिया। ते शाहजहां पहले ही थोड़ा जिहा सतगुर दे नाल विरोध रखदा सी।
ਕਹਿਣ ਲੱਗਾ ਜੀ ਮੇਰੇ ਪਿਤਾ ਨੂੰ ਸਤਿਗੁਰੂ ਜੀ ਨੇ ਬੜੀ ਬੇਰਹਿਮੀ ਨਾਲ ਮਾਰ ਦਿੱਤਾ। ਉਸ ਗੱਲ ਦਾ ਸ਼ਾਹਜਹਾਨ ਨੂੰ ਅਜੇ ਪਤਾ ਨਹੀਂ ਸੀ ਤੇ ਗੁਰੂ ਪਿਆਰਿਓ ਅਬਦੁਲ ਖਾਨ ਦੇ ਨਾਲ ਜਲੰਧਰ ਦੇ ਸੂਬੇ ਦੇ ਦਾਰ ਦੇ ਨਾਲ ਸ਼ਾਹਜਹਾਨ ਦਾ ਪ੍ਰੇਮ ਸੀ ਕਾਫੀ। ਤੇ ਜਦੋਂ ਉਹਨੂੰ ਪਤਾ ਲੱਗਿਆ ਉਹਦੇ ਪੁੱਤਰ ਨੇ ਦੱਸਿਆ ਕਿ ਮੇਰੇ ਪਿਤਾ ਨੂੰ ਇਦਾਂ ਮਾਰ ਦਿੱਤਾ ਜੀ, ਕਹਿੰਦੇ ਸਤਿਗੁਰ ਜੀ ਉੱਥੇ ਕਰਤਾਰਪੁਰ ਦੀ ਧਰਤੀ ਤੋਂ ਚੱਲਦੇ ਚੱਲਦੇ ਇੱਧਰ ਬਿਆਸਾ ਨਦੀ ਦੇ ਕਿਨਾਰੇ ਪਹੁੰਚੇ। ਆ ਕੇ ਕਹਿੰਦੇ ਘੇਰੜ ਨਾਮ ਦੇ ਮਨੁੱਖ ਦੀ ਜ਼ਮੀਨ ਜਾਇਦਾਦ ਦੇ ਉੱਤੇ ਸਤਿਗੁਰ ਨੇ ਦਾਬਾ ਮਾਰ ਲਿਆ, ਧੱਕੇ ਨਾਲ ਕਬਜ਼ਾ ਕਰ ਲਿਆ। ਹੁਣ ਘੇਰੜ ਨੇ ਜਦੋਂ ਵਿਰੋਧ ਕੀਤਾ ਤੇ ਸਿੱਖਾਂ ਨੂੰ ਕਹਿ ਕੇ ਕਹਿੰਦੇ ਘੇਰੜ ਨੂੰ ਮਰਵਾ ਦਿੱਤਾ। ਜਦੋਂ ਦੇ ਪੁੱਤਰ ਪ੍ਰੇਮ ਚੰਦ ਨੂੰ ਪਤਾ ਲੱਗਿਆ ਕਿ ਇਦਾਂ ਕਰਕੇ ਸਤਿਗੁਰ ਜੀ ਨੇ ਮੇਰੇ ਪਿਤਾ ਨੂੰ ਮਾਰ ਦਿੱਤਾ ਤੇ ਉਹ ਕਹਿੰਦੇ ਫਰਿਆਦ ਲੈ ਕੇ ਮੇਰੇ ਪਿਤਾ ਅਬਦੁਲ ਖਾਨ ਦੇ ਕੋਲ ਆਇਆ। ਨਾਲ ਉਹਦੇ ਕਹਿੰਦੇ ਚੰਦੂ ਦਾ ਜਿਹੜਾ ਪੁੱਤਰ ਸੀ ਉਹ ਵੀ ਆਇਆ। ਦੋਨੋਂ ਜਣੇ ਮਿਲ ਕੇ ਮੇਰੇ ਪਿਤਾ ਦੇ ਕੋਲ ਫਰਿਆਦ ਲੈ ਕੇ ਆਏ ਤੇ ਮੇਰੇ ਪਿਤਾ ਨੇ ਆਪਣਾ ਕਰਮ ਧਰਮ ਸਮਝਦੇ ਉਹਨਾਂ ਦੀ ਮਦਦ ਕਰਦੇ 15,000 ਦੀ ਫੌਜ ਲੈ ਕੇ ਨਾਲ ਮੇਰੇ ਦੋਨੇ ਭਰਾ ਲੈ ਕੇ ਆਪ ਪਿਤਾ ਅਬਦੁਲ ਖਾਨ ਕਹਿੰਦੇ ਗਿਆ ਬਿਆਸਾ ਨਦੀ ਦੇ ਕਿਨਾਰੇ ਤੇ ਸਤਿਗੁਰ ਦੇ ਉੱਤੇ ਚੜ੍ਹਾਈ ਕੀਤੀ। ਤੇ ਸਤਿਗੁਰ ਜੀ ਨੇ ਕੋਈ ਗੱਲਬਾਤ ਸਮਝੀ ਵਿਚਾਰੀ ਨਹੀਂ, ਉਹਨਾਂ ਨੇ 15,000 ਦੀ ਫੌਜ ਮਾਰ ਕੇ ਬਿਆਸਾ ਨਦੀ ਦੇ ਪਾਣੀ ਦੇ ਬਹਾਅ ਦੇ ਵਿੱਚ ਰੋੜ ਦਿੱਤੀ ਹੈ। ਤੇ ਜਦੋਂ ਇਹ ਗੱਲ ਸੁਣੀ ਕਹਿਣ ਲੱਗੇ ਜੀ ਦੇਖੋ ਹੁਣ 15,000 ਮਾਰ ਦਿੱਤੀ ਫੌਜ, ਨਾ ਦੇ ਕਹਿੰਦੇ ਸਰਕਾਰੇ ਦਰਬਾਰੇ ਉਹਦਾ ਕੋਈ ਫੌਜ ਦਾ ਕੋਈ ਕੱਬ ਸਵਾਰਿਆ ਗਿਆ, ਨਾ ਕਿਸੇ ਪ੍ਰਕਾਰ ਕੋਈ ਅਰਥੇ ਰਹੀ। ਤੁਸੀਂ ਇਉਂ ਕਰੋ ਹੁਣ ਸ਼ਾਹਜਹਾਨ ਜੀ ਬਾਦਸ਼ਾਹ ਸਲਾਮੇ ਕਹਿੰਦੇ ਸਤਿਗੁਰ ਦੇ ਨਾਲ ਇਹ ਬਦਲਾ ਲਓ ਮੇਰੇ ਪਿਤਾ ਦਾ ਮਾਰਨ ਦਾ, ਭਰਾਵਾਂ ਦੇ ਮਾਰਨ ਦਾ, 15,000 ਫੌਜ ਮਾਰਨ ਦਾ। ਉਸ ਵੇਲੇ ਸ਼ਾਹਜਹਾਨ ਬੜਾ ਗੁੱਸੇ ਵਿੱਚ ਆਇਆ, ਕਹਿੰਦੇ ਇਉਂ ਕਰੋ 20,000 ਦੀ ਫੌਜ ਲੈ ਕੇ ਜਾਓ, ਹੁਣ ਸਤਿਗੁਰੂ ਜੀ ਨੂੰ ਬੰਦੀ ਬਣਾ ਕੇ ਲੈ ਕੇ ਆਓ, ਵੱਡਾ ਭਾਰੀ ਉਹਦਾ ਨੁਕਸਾਨ ਕਰੋ। ਜਦੋਂ ਏਦਾਂ ਗੁੱਸੇ ਵਿੱਚ ਸ਼ਾਹਜਹਾਨ ਆਇਆ, ਕੋਲੇ ਵਜ਼ੀਰ ਖਾਂ ਖਲੋਤਾ ਸੀ ਜਿਹੜਾ ਕਿ ਗੁਰੂ ਨਾਨਕ ਦੇ ਮਾਰ ਦਾ ਬੜਾ ਪ੍ਰੇਮੀ ਹੈ, ਸ਼ਰਧਾਲੂ ਹੈ, ਸੇਵਕ ਹੈ। ਉਹਨੇ ਸਤਿਗੁਰ ਦੀ ਕਿਰਪਾ ਨਾਲ ਸ਼ਾਹਜਹਾਨ ਨੂੰ ਬੇਨਤੀ ਕੀਤੀ, ਕਹਿਣ ਲੱਗੇ ਜੀ ਗੱਲ ਏਦਾਂ ਨਹੀਂ, ਇਹ ਗੱਲ ਕੁਝ ਹੋਰ ਹੈ। ਕਹਿੰਦੇ ਮੈਨੂੰ ਇਸ ਸਾਰੀ ਗੱਲ ਦਾ ਪਤਾ। ਜਦੋਂ ਸਤਿਗੁਰ ਜੀ ਇਧਰੋਂ ਕਰਤਾਰਪੁਰ ਦੀ ਧਰਤੀ ਤੋਂ ਇੱਥੇ ਬਿਆਸਾ ਨਦੀ ਤੇ ਪਹੁੰਚੇ, ਕਹਿੰਦੇ ਸਤਿਗੁਰ ਜੀ ਪਹੁੰਚ ਕੇ ਉੱਥੇ ਨਗਰ ਵਸਾਉਣਾ ਚਾਹੁੰਦੇ ਸਨ, ਪਰ ਜੋ ਵੀ ਨਗਰ ਵਸਾ ਕੇ ਸਤਿਗੁਰ ਜੀ ਪੱਕੇ ਤੌਰ ਤੇ ਉੱਥੇ ਰਹਿਣਾ ਨਹੀਂ ਚਾਹੁੰਦੇ ਸਨ, ਸਭ ਕੁਝ ਕਹਿੰਦੇ ਘੇਰੜ ਨੂੰ ਸੌਂਪ ਕੇ ਅੱਗੇ ਜਾਣਾ ਚਾਹੁੰਦੇ ਸਨ। ਉਹਨਾਂ ਨੇ ਕਿਹਾ ਵੀ ਘੇਰੜ ਮੰਨਿਆ ਨਹੀਂ। ਤੇ ਬਾਅਦ ਵਿੱਚ ਸਤਿਗੁਰ ਜੀ ਨੂੰ ਬੜੇ ਉਹਨੇ ਅੱਬ ਸ਼ਬਦ ਕਹੇ, ਮੰਦੇ ਤੋਂ ਮੰਦੇ ਬਚਨ ਕਹੇ, ਤੇ ਸਤਿਗੁਰ ਜੀ ਨੇ ਬਾਅਦ ਵਿੱਚ ਉਹਦੇ ਕੀਤੇ ਦੀ ਸਜ਼ਾ ਦਿੱਤੀ ਘੇਰੜ ਨੂੰ। ਉਹਨੂੰ ਸਮਝਾਇਆ ਵੀ ਸਮਝਿਆ ਨਹੀਂ ਪਾਪੀ, ਆਪਣੇ ਕੀਤੇ ਦੀ ਸਜ਼ਾ ਪ੍ਰਾਪਤ ਕਰਕੇ ਮਰ ਗਿਆ। ਤੇ ਉਹਦਾ ਪੁੱਤਰ ਇੱਧਰ ਆਇਆ, ਝੂਠੀਆਂ ਗੱਲਾਂ ਕਹਿ ਕੇ ਅਬਦੁਲ ਖਾਨ ਨੂੰ ਚੜਾ ਕੇ ਲੈ ਗਿਆ। ਤੇ ਅਬਦੁਲ ਖਾਨ ਨੇ ਵੀ ਕੋਈ ਵਿਚਾਰੀ ਗੱਲ ਨਹੀਂ, ਆਪਣੇ ਪੁੱਤਰਾਂ ਨੂੰ ਦੋਵਾਂ ਨੂੰ ਨਾਲ ਲੈ ਗਿਆ, 15,000 ਦੀ ਫੌਜ ਲੈ ਗਿਆ ਤੇ ਸਤਿਗੁਰੂ ਜੀ ਤੇ ਚੜ੍ਹਾਈ ਕਰਕੇ ਗਿਆ। ਤੇ ਸਤਿਗੁਰੂ ਜੀ ਵੀ ਬੜੇ ਕਿਰਪਾ ਰਹਿਮਤ ਦੇ ਮਾਲਕ ਨੇ, ਬੜੇ ਸੂਰਵੀਰ ਨੇ 15,000 ਦੀ ਫੌਜ ਚੜ੍ਹਾਈ ਕਰਕੇ ਆਏ ਨੂੰ ਜਵਾਬ ਦਿੱਤਾ ਗੁਰੂ ਸਤਿਗੁਰ ਨੇ। ਵੈਸੇ ਸਤਿਗੁਰੂ ਜੀ ਬੜੇ ਕਿਰਪਾਲੂ ਦਿਆਲੂ ਗਰੀਬ ਗੁਰਬੇ ਦੀ ਮਦਦ ਕਰਨ ਵਾਲੇ ਨੇ, ਫਰਿਆਦੀ ਦੀ ਫਰਿਆਦ ਸੁਣਨ ਵਾਲੇ ਨੇ। ਸਤਿਗੁਰੂ ਜੀ ਇਦਾਂ ਦੇ ਨਹੀਂ। ਉਹਨਾਂ ਨੇ ਤੇ ਉੱਥੇ ਇੱਕ ਬਹੁਤ ਵਧੀਆ ਸੁੰਦਰ ਮਸੀਤ ਉਚਾਰਨ ਕੀਤੀ ਹੈ, ਉਸਾਰੀ ਹੈ ਪਹਿਲੇ ਨੰਬਰ ਤੇ। ਤੇ ਜਦੋਂ ਗੱਲ ਸੁਣੀ ਸ਼ਾਹਜਹਾਨ ਨੇ ਕਿ ਬੜੇ ਪਿਆਰ ਦੇ ਨਾਲ ਸਤਿਗੁਰੂ ਨੇ ਮਸੀਤ ਉੱਥੇ ਬਣਾਉਣਾ ਕੀਤੀ ਹੈ ਘੇਰੜ ਦੀ ਜ਼ਮੀਨ ਵਿੱਚ, ਰੋਹਿਲੇ ਨਗਰ ਹਰਗੋਬਿੰਦਪੁਰ ਨਗਰ ਵਿਖੇ। ਤੇ ਸ਼ਾਹਜਹਾਨ ਬੜਾ ਖੁਸ਼ ਹੋਇਆ, ਕਹਿੰਦੇ ਪੂਰਨ ਤੌਰ ਤੇ ਪਰਚੋਲ ਕਰੋ ਤੇ ਪਾਪੀ ਬਲੀ ਖਾਨ ਨੂੰ ਸਜ਼ਾ ਦੇਵੋ। ਕਹਿੰਦੇ ਝੂਠ ਬੋਲਦਾ, ਵੱਡਾ ਨੁਕਸਾਨ ਕਰਾਉਣਾ ਚਾਹੁੰਦਾ ਫੌਜ ਦਾ, ਇਹਨੂੰ ਆਉਂ ਕਰੋ ਕੈਦ ਕਰਕੇ ਕੈਦਖਾਨੇ ਵਿੱਚ ਸੁੱਟ ਦਿਓ, ਜਿੰਨਾ ਜੁਰਮਾਨਾ ਲਾਇਓ ਵੱਧ ਤੋਂ ਵੱਧ ਇਹਨੂੰ, ਇਹਦਾ ਰਾਜ ਭਾਗ ਅਹੁਦਾ ਖੋਹ ਲਓ ਇਹ ਤੋਂ। ਇਦਾਂ ਕਰਕੇ ਬਲੀ ਖਾਨ ਦਾ ਨਿਰਾਦਰ ਕੀਤਾ। ਉਸ ਵੇਲੇ ਸਤਿਗੁਰ ਦੇ ਦਰ ਘਰ ਦੇ ਨਾਲ ਬੈਰ ਵਿਰੋਧ ਰੱਖਣ ਵਾਲੇ ਤੇ
ਸਤਿਗੁਰ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਤਾਂ ਤੇ ਆਓ ਪਿਆਰੀ ਸੰਗਤ ਜੀਓ, ਸਤਿਗੁਰ ਦੀ ਇਦਾਂ ਬਖਸ਼ਿਸ਼ ਰਹਿਮਤ ਹੋਣਾ ਕੀਤੀ। ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਅੱਗੇ ਵਿਚਾਰ ਕਰਾਂਗੇ ਕਿ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰ ਜੀ ਇੱਧਰ ਜੋ ਕਿ ਸ਼ਿਕਾਰ ਖੇਡਣ ਜਾਂਦੇ ਨੇ ਤੇ ਬਾਅਦ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੇ ਵੱਡੇ ਪੁੱਤਰ ਸ਼੍ਰੀ ਚੰਦ ਜੀ ਨੂੰ ਮਿਲਦੇ ਨੇ। ਕਿਵੇਂ ਮਿਲਦੇ, ਕਿਵੇਂ ਜਾਂਦੇ ਨੇ? ਤੇ ਬਾਬਾ ਗੁਰਦਿੱਤਾ ਜੀ ਨੇ ਅੱਗੇ ਜਾ ਕੇ ਕਹਿੰਦੇ ਇੱਧਰ ਕੀਰਤਪੁਰ ਧਰਤੀ ਤੇ ਨਗਰ ਵਸਾਉਣਾ ਏ। ਕਿਵੇਂ ਵਸਾਉਂਦੇ, ਬਖਸ਼ਿਸ਼ ਰਹਿਮਤ ਕਰਦੇ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ।